ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ 16ਵੀਂ ਪੌੜੀ ਦੀ ਵਿਆਖਿਆ ਕਰਨ ਜਾ ਰਹੇ ਹਾਂ। ਪੰਜ ਪ੍ਰਵਾਨ ਪੰਜ ਪ੍ਰਧਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਪਜੀ ਸਾਹਿਬ ਦੀ ਇਸ ਪੌੜੀ ਵਿੱਚ ਮੇਨ ਕੁਦਰਤ ਦੀ ਵਿਚਾਰ ਕਹਿੰਦੇ ਨੇ, ਅਤੇ ਇਹ ਕੁਦਰਤ ਕੌਣ ਕਹਾਂ ਵਿਚਾਰ ਇਸ ਦੇ ਵਿੱਚ ਆਉਂਦਾ ਹੈ। ਇਸ ਤਰੀਕੇ ਦੀਆਂ 4 ਪੌੜੀਆਂ ਨੇ, ਇਹ ਰੱਖਦੇ ਨੇ, ਇਨ ਪੌੜੀਆਂ ਉਚਾਰਨ ਕਰ ਰਹੇ ਨੇ। ਅਤੇ ਔਰ ਇਸ ਉੱਤੇ ਸਤਿਗੁਰੂ ਦੇਵ ਜੀ ਮਹਾਰਾਜ ਨੇ 4 ਪੌੜੀਆਂ ਉਚਾਰਨ ਕੀਤੀਆਂ ਨੇ, ਜਿਸ ਵਿੱਚ ਮੂਲ ਪ੍ਰਕਰਨ ਇਹੀ ਹੈ, ਕੁਦਰਤ ਕੌਣ ਕਹਾਂ ਵਿਚਾਰ। ਮੈਂ ਕੌਣ ਹਾਂ ਕੁਦਰਤ ਦੀ ਵਿਚਾਰ ਕਰ ਸਕਾਂ, ਕੁਦਰਤ ਦੀ ਮਹਿਮਾ ਗਾਇਨ ਕਰ ਸਕਾਂ। ਮੈਂ ਤਾਂ ਇੱਕ ਦਫਾ ਸਦਕੇ ਹੋਣ ਦੀ ਸਮਰੱਥਾ ਵੀ ਨਹੀਂ ਰੱਖਦਾ। ਵਾਰਿਆ ਨਾ ਜਾਵਾਂ ਇੱਕ ਵਾਰ ਕੁਦਰਤ ਦੇ ਵਿੱਚ ਕੀ ਕੁਝ ਹੋ ਰਿਹਾ ਹੈ, ਕੁਦਰਤ ਕਿੰਨੀ ਕੁ ਵੱਡੀ ਹੈ, ਵਰਣਨ ਤੋਂ ਤੇ ਪਰੇ ਹੈ। ਪਰ ਫਿਰ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜ਼ਿਕਰ ਕਰਦੇ ਨੇ ਕੁਦਰਤ ਦੇ ਵਿੱਚ ਜੋ ਸ਼੍ਰੇਸ਼ਟ ਉੱਤਮ ਪੁਰਸ਼ ਨੇ ਸਤਿਗੁਰੂ ਦੇਵ ਜੀ ਮਹਾਰਾਜ, ਪਹਿਲੇ ਉਹਨਾਂ ਦਾ ਜ਼ਿਕਰ ਕਰਦੇ ਨੇ। ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ। ਪੰਚ ਤੋਂ ਮੁਰਾਦ ਸਿਰਮੌਰ ਮੁਖੀ। ਪ੍ਰਾਚੀਨ ਸਮੇਂ ਤੋਂ ਸਾਡੇ ਦੇਸ਼ ਵਿੱਚ ਅਕਸਰ ਪੰਚਜਨ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਫੈਸਲੇ ਕਰਦੇ ਰਹੇ ਨੇ। ਪੰਚ ਤੋਂ ਮੁਰਾਦ ਪੰਜ, ਪਰ ਪੰਜਾਂ ਦੀ ਸਮਰੱਥਾ ਜਦ ਇੱਕ ਦੇ ਵਿੱਚ ਹੋਵੇ, ਪੰਜਾਂ ਦੀ ਸ਼ਕਤੀ ਜਦ ਇੱਕ ਦੇ ਵਿੱਚ ਸਮਾ ਜਾਵੇ ਤੇ ਇੱਕ ਬਹੁਤ ਮਹਾਨ ਹੋ ਜਾਏ ਤੇ ਪ੍ਰਭੂ ਨਾਲ ਜੁੜ ਜਾਏ, ਤੇ ਉਸ ਵਾਸਤੇ ਸ਼ਬਦ ਵੀ ਪੰਚ ਵਰਤਿਆ ਗਿਆ ਹੈ। ਬਈ ਇਹ ਤੇ ਪੰਚ ਹੈ। ਪੰਚ ਤੋਂ ਮੁਰਾਦ ਇੱਥੇ ਸੰਤ ਗੁਰਮੁਖ ਜੋ ਪਰਮਾਤਮਾ ਨਾਲ ਜੁੜਿਆ ਹੈ। ਪਰਮਾਤਮਾ ਸਭ ਤੋਂ ਉੱਚਾ ਹੈ, ਉਸ ਨਾਲ ਜੁੜਨ ਵਾਲਾ ਵੀ ਸਭ ਤੋਂ ਉੱਚਾ ਹੁੰਦਾ ਹੈ। ਪੰਚ ਹੁੰਦਾ ਹੈ, ਮੁਖੀਆ ਹੁੰਦਾ ਹੈ, ਸਿਰਮੌਰ ਹੁੰਦਾ ਹੈ। ਸਾਹਿਬ ਕਹਿੰਦੇ ਨੇ ਪੰਜ ਪ੍ਰਵਾਨ, ਇਹ ਜੋ ਸੰਤ ਜਨ ਨੇ, ਗੁਰਮੁਖ ਨੇ, ਜੋ ਇਹ ਪੰਚ ਨੇ, ਇਹ ਜਗਤ ਨੂੰ ਕਬੂਲ ਨੇ, ਪ੍ਰਵਾਨ ਨੇ। ਕਿਉਂਕਿ ਜਗਤ ਦਾ ਇੰਨਾ ਦੁਆਰਾ ਕੋਈ ਅਹਿਤ ਨਹੀਂ ਹੁੰਦਾ। ਲਿਹਾਜ਼ਾ ਸਾਹਿਬ ਕਹਿੰਦੇ ਨੇ ਜਗਤ ਦੇ ਵਿੱਚ ਇਹ ਪ੍ਰਮਾਣਿਤ ਪੁਰਸ਼ ਨੇ, ਇਹ ਕਬੂਲ ਕਰ ਲਏ ਗਏ ਜਾਂਦੇ ਨੇ, ਇਹਨਾਂ ਨੂੰ ਪ੍ਰਵਾਨ ਕਰ ਲਿਆ ਜਾਂਦਾ ਹੈ। ਫਿਰ ਪੰਚ ਪ੍ਰਧਾਨ, ਇਹ ਸੰਤ ਜਨ ਪੰਚ ਜਨ ਪ੍ਰਧਾਨ ਪੁਰਸ਼ ਨੇ, ਸਿਰਮੌਰ ਮਨੁੱਖ ਨੇ। ਪੰਚੇ ਪਾਵੇ ਦਰਗਹਿ ਮਾਨ, ਸਾਹਿਬ ਦਾ ਫਰਮਾਨ, ਇਹ ਜੋ ਪੰਚ ਜਨ ਨੇ ਜਿੱਥੇ ਸੰਸਾਰ ਵਿੱਚ ਕਬੂਲ ਨੇ, ਪ੍ਰਵਾਨ ਨੇ, ਉੱਥੇ ਦਰਗਾਹ ਦੇ ਵਿੱਚ ਵੀ ਕਬੂਲ ਨੇ, ਉੱਥੇ ਵੀ ਮਾਨ ਸਤਿਕਾਰ ਪ੍ਰਾਪਤ ਕਰਦੇ ਨੇ। ਲੋਕ ਦੇ ਵਿੱਚ ਤੇ ਪ੍ਰਧਾਨ ਨੇ, ਪਰਲੋਕ ਵਿੱਚ ਵੀ ਪ੍ਰਧਾਨ ਨੇ। ਲੋਕ ਦੇ ਵਿੱਚ ਤੇ ਉਹਨਾਂ ਨੂੰ ਜੋ ਜਸ ਮਿਲਦਾ ਹੈ, ਪਰਲੋਕ ਵਿੱਚ ਵੀ ਉਹਨਾਂ ਨੂੰ ਜਸ ਮਿਲਦਾ ਹੈ। ਲੋਕ ਦੇ ਵਿੱਚ ਤੇ ਉਹ ਮੁਖੀ ਗਿਣੇ ਜਾਂਦੇ ਨੇ, ਪਰ ਪਰਲੋਕ ਵਿੱਚ ਵੀ ਉਹਨਾਂ ਦੀ ਮਹਾਨਤਾ ਕਾਇਮ ਹੈ। ਮਹਾਰਾਜ ਫਰਮਾਨ ਕਰਦੇ ਨੇ ਜੋ ਜਗਤ ਵਿੱਚ ਕਬੂਲ ਨੇ, ਉਹ ਪਰਮਾਤਮਾ ਦੀ ਦਰਗਾਹ ਵਿੱਚ ਵੀ ਮਾਨ ਪ੍ਰਤਿਸ਼ਠਾ ਹਾਸਿਲ ਕਰਦੇ ਨੇ। ਫਿਰ ਅੱਗੇ ਕਹਿੰਦੇ ਨੇ ਪੰਚੇ ਸੋਹੇ ਦਰ ਰਾਜਾਨ। ਸੰਤ ਜਨ, ਭਗਤ ਜਨ, ਗੁਰਮੁਖ ਜਨ, ਇਹ ਜੋ ਪੰਚ ਸਿਰਮੌਰ ਨੇ, ਇਹ ਰਾਜਿਆਂ ਦੀ ਵਿੱਚ ਵੀ ਸੋਭਦੇ ਨੇ। ਸਭਾ ਦੇ ਸ਼ਿੰਗਾਰ ਹੁੰਦੇ ਨੇ ਰਾਜਿਆਂ ਦੀ। ਵੱਡਾ ਮਨੁੱਖ ਸਭ ਦਾ ਸ਼ਿੰਗਾਰ ਹੁੰਦਾ ਹੈ, ਤੇ ਭਗਤ ਤੋਂ ਵੱਡਾ ਹੋਰ ਕੋਈ ਨਹੀਂ ਹੈ, ਸੰਤਾਂ ਤੋਂ ਵੱਡਾ ਹੋਰ ਕੋਈ ਨਹੀਂ ਹੈ। ਉਹ ਸਭਾ ਦਾ ਸ਼ਿੰਗਾਰ ਹੈ, ਮਹਿਫਿਲ ਦਾ ਸ਼ਿੰਗਾਰ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਜੋ ਰਾਜਿਆਂ ਦੀ ਮਹਿਫਿਲ ਹੈ, ਸਭਾ ਹੈ, ਉਹਦੇ 'ਚ ਵੀ ਇਹ ਪੰਚਜਨ ਸੁਣਦੇ ਨੇ। ਇਹ ਰਾਜਿਆਂ ਦੀ ਮਹਿਫਿਲ ਦੇ ਦੇਵੀ ਸ਼ਿੰਗਾਰ ਨੇ। ਪੰਚਾਂ ਕਾ ਗੁਰ ਏਕ ਧਿਆਨ। ਫਿਰ ਅੱਗੇ ਕਹਿੰਦੇ ਨੇ ਇਹ ਜੋ ਪੰਚ ਜਨ ਨੇ, ਉਹਨਾਂ ਦਾ ਧਿਆਨ ਕੇਵਲ ਇੱਕ ਗੁਰੂ ਵਿੱਚ ਹੈ, ਇੱਕ ਪਰਮਾਤਮਾ ਵਿੱਚ ਹੈ। ਅੱਠੇ ਪਹਿਰ ਜੋ ਬੋਲਣਾ ਹੈ, ਉੱਠਣਾ ਹੈ, ਬੈਠਣਾ ਹੈ, ਖਾਣਾ ਹੈ, ਪੀਣਾ ਹੈ, ਧਿਆਨ ਇੱਕ ਗੁਰੂ ਦੇ ਵਿੱਚ ਹੈ, ਧਿਆਨ ਪਰਮਾਤਮਾ ਵਿੱਚ ਹੈ। ਮਨੁੱਖ ਦਾ ਧਿਆਨ ਜਿਸ ਪਦਾਰਥ ਵਸਤੂ ਵਿੱਚ ਜਾਏਗਾ, ਜੀਵਨ ਸ਼ਕਤੀ ਉਸੇ ਪਾਸੇ ਹੀ ਚੱਲ ਪੈਂਦੀ ਹੈ। ਔਰ ਸਹਿਜੇ ਸਹਿਜੇ ਧਿਆਨ ਦੇ ਰਾਹੀਂ ਸ਼ਕਤੀ ਜਦ ਬਾਹਰ ਚਲੀ ਜਾਂਦੀ ਹੈ ਤਾਂ ਮਨੁੱਖ ਆਪਣੇ ਆਪ ਵਿੱਚ ਕਮਜ਼ੋਰੀ ਮਹਿਸੂਸ ਕਰਦਾ ਹੈ, ਅਤੇ ਇੱਕ ਵਸਤੂ ਪਦਾਰਥ ਦੇ ਉੱਤੇ ਬਹੁਤ ਲੰਬੇ ਸਮੇਂ ਤੱਕ ਧਿਆਨ ਜੋੜੀਏ ਅਤੇ ਬਾਅਦ ਵਿੱਚ ਕਮਜ਼ੋਰੀ ਮਹਿਸੂਸ ਹੋਵੇਗੀ, ਥਕੇਵਾਂ ਮਹਿਸੂਸ ਹੋਵੇਗਾ। ਧਿਆਨ ਦੇ ਰਾਹੀਂ ਜੀਵਨ ਪ੍ਰਵਾਹ ਦੇ ਰਾਹੀਂ ਜੀਵਨ ਸ਼ਕਤੀ ਧਿਆਨ ਦੇ ਰਾਹੀਂ ਬਾਹਰ ਚਲੀ ਗਈ, ਬਾਹਰ ਬਿਖਰ ਗਈ। ਇੱਕ ਪਰਮਾਤਮਾ ਹੈ, ਅਗਰ ਉਸ ਨਾਲ ਧਿਆਨ ਜੋੜੀਏ ਤੇ ਪਰਮਾਤਮਾ ਤੋਂ ਸ਼ਕਤੀ ਮਿਲਣੀ ਸ਼ੁਰੂ ਹੁੰਦੀ ਹੈ, ਪਰਮਾਤਮਾ ਦੀ ਸਮਰੱਥਾ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਸ ਵਾਸਤੇ ਸਤਿਗੁਰ ਮਹਾਰਾਜ ਕਹਿ ਰਹੇ ਨੇ ਇਹ ਜੋ ਪੰਚਜਨ ਨੇ, ਇਹ ਸਿਰਮੌਰ ਜਨ ਨੇ, ਇਹਨਾਂ ਨੂੰ ਸੂਝ ਆ ਗਈ ਹੈ, ਸਮਝ ਆ ਗਈ ਹੈ। ਇਹਨਾਂ ਦਾ ਧਿਆਨ ਕੇਵਲ ਇੱਕ ਗੁਰੂ ਵਿੱਚ ਹੈ, ਇੱਕ ਪਰਮਾਤਮਾ ਵਿੱਚ ਹੈ। ਹੁਣ ਸਤਿਗੁਰ ਦੇਵ ਜੀ ਮਹਾਰਾਜ ਵਿਸ਼ੇ ਨੂੰ ਬਦਲ ਕੇ ਬਿਆਨ ਕਰ ਰਹੇ ਨੇ ਵਿਚਾਰ, ਕਿ ਐਸਾ ਨਹੀਂ ਕਿ ਜੋ ਅਗਰ ਕੋਈ ਪੰਚ ਹੋ ਗਿਆ ਹੈ, ਗੁਰਮੁਖ ਹੋ ਗਿਆ ਹੈ, ਤੇ ਕਰਤੇ ਦੇ ਕਰਨੇ ਦੀ ਉਹ ਸਾਰੀ ਵਿਚਾਰ ਵੀ ਦੱਸ ਦੇਵੇ। ਜੇ ਕੋ ਕਹੇ ਕਰੇ ਵਿਚਾਰ, ਇਹ ਗੱਲ ਇਸ ਵਾਸਤੇ ਸਤਿਗੁਰੂ ਦੇਵ ਜੀ ਮਹਾਰਾਜ ਨੇ ਬਿਆਨ ਕੀਤੀ ਹੈ ਕਿ ਪ੍ਰਾਚੀਨ ਸਮੇਂ ਤੋਂ ਧਰਮ ਗ੍ਰੰਥ ਲਿਖੇ ਗਏ, ਉਹਨਾਂ ਵਿੱਚ ਇਹ ਵੀ ਆਖਿਆ ਗਿਆ ਕਿ ਆਪਨੇ ਜਗਤ
ਕਦੋਂ ਬਣਾਇਆ, ਕਿਵੇਂ ਬਣਾਇਆ, ਕਿੰਨਾ ਕੁ ਬਣਾਇਆ, ਔਰ ਇਹ ਅੰਦਾਜ਼ੇ ਲਾ ਕੇ ਗਿਣ ਮਿਣ ਕੇ ਜਗਤ ਦੀ ਬਣਤਰ ਬਾਰੇ ਵਿਚਾਰਾਂ ਪੇਸ਼ ਕੀਤੀਆਂ ਗਈਆਂ ਨੇ ਪੁਰਾਣੇ ਧਰਮ ਗ੍ਰੰਥਾਂ ਵਿੱਚ। ਬਾਬਾ ਜੀ ਨੂੰ ਇੱਥੇ ਕਹਿਣਾ ਪਿਆ ਕੋਈ ਕਿਤਨਾ ਵੀ ਮਹਾਨ ਹੋ ਜਾਏ, ਜਗਤ ਵਿੱਚ ਪੰਚ ਹੋ ਗਿਆ ਹੈ, ਪ੍ਰਭੂ ਦੀ ਦਰਗਾਹ ਵਿੱਚ ਸੁਭਾਇਮਾਨ ਹੋ ਗਿਆ, ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਹੁਣ ਕਰਤੇ ਦੀ ਕ੍ਰਿਤ ਦਾ ਉਸ ਨੂੰ ਸਾਰਾ ਅੰਦਾਜ਼ਾ ਹੋ ਗਿਆ ਹੈ ਔਰ ਉਹ ਸਭ ਕੁਝ ਬਿਆਨ ਕਰ ਸਕੇ। ਸਤਿਗੁਰੂ ਦੇਵ ਜੀ ਮਹਾਰਾਜ ਇੱਥੇ ਕਹਿੰਦੇ ਨੇ, ਜੇ ਕੋ ਕਹੇ ਕਰੇ ਵਿਚਾਰ, ਕਰਤੇ ਕੇ ਕਰਨੇ ਨਾਹੀ ਸੁਮਾਰ। ਕੋਈ ਉਸ ਪਰਮਾਤਮਾ ਦੇ ਕਰਨੇ ਦੀ ਵਿਚਾਰ ਕਰੇ ਤੇ ਬਿਆਨ ਵੀ ਕਰੇ ਤੇ ਸਾਹਿਬ ਕਹਿੰਦੇ ਨੇ ਉਸ ਕਰਤੇ ਨੇ ਜੋ ਕੀਤਾ ਹੈ, ਬਣਾਇਆ ਹੈ, ਉਹਦਾ ਸੁਮਾਰ ਤੇ ਹੈ ਹੀ ਨਹੀਂ, ਗਿਣਤੀ ਤੇ ਹੈ ਹੀ ਨਹੀਂ, ਤੇ ਜੋ ਗਣਤ ਵਿੱਚ ਨਹੀਂ ਉਹ ਆਖਿਰ ਕੀ ਕਥਨ ਕਰੇਗਾ ਉਹਦੇ ਬਾਰੇ। ਜੋ ਗਣਤ ਵਿੱਚ ਨਹੀਂ ਹੈ, ਬਿਆਨ ਕੀ ਕਰੇਗਾ ਉਹਦੇ ਬਾਰੇ। ਮਨੁੱਖ ਕੋਲ ਕਿਸੇ ਵਸਤੂ ਨੂੰ ਸਮਝਣ ਦੇ ਪੈਮਾਨੇ ਤਿੰਨ ਨੇ: ਨਾਪ ਲੈਣਾ, ਤੋਲ ਲੈਣਾ, ਗਿਣ ਲੈਣਾ। ਨਾ ਉਹ ਤੋਲ ਵਿੱਚ ਆਉਂਦਾ ਹੈ, ਨਾ ਉਹ ਗਿਣਤੀ ਵਿੱਚ ਆਉਂਦਾ ਹੈ, ਔਰ ਨਾ ਹੀ ਉਹ ਨਾਪ ਵਿੱਚ ਆਉਂਦਾ ਹੈ। ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ, ਅਤੁੱਲ ਕਿਉਂ ਤੋਲਿਆ ਜਾਏ। ਸੋ ਮਨੁੱਖ ਦੇ ਬਣਾਏ ਹੋਏ ਪੈਮਾਨੇ ਪਦਾਰਥ ਤੇ ਉਤਰ ਸਕਦੇ ਨੇ, ਉਹ ਵੀ ਪੂਰਨ ਤੌਰ ਤੇ ਨਹੀਂ, ਕਿਧਰੇ ਕਿਧਰੇ, ਲੇਕਿਨ ਕਰਤੇ ਉੱਤੇ ਪੂਰਨ ਉਤਰਨ ਇਹ ਤੇ ਸੋਚ ਵੀ ਧਾਰਮਿਕ ਦੁਨੀਆ ਵਿੱਚ ਪੈਦਾ ਨਹੀਂ ਹੋ ਸਕਦੀ। ਕਹਿੰਦੇ ਨੇ ਕਰਤੇ ਕੇ ਕਰਨੇ ਨਾਹੀ ਸੁਮਾਰ। ਉਹ ਜੋ ਕਰਤਾ ਪੁਰਖ ਹੈ ਉਸਨੇ ਜੋ ਕੁਝ ਬਣਾਇਆ ਹੈ ਔਰ ਉਹ ਸੁਮਾਰ ਵਿੱਚ ਨਹੀਂ ਹੈ, ਗਿਣਤੀ ਵਿੱਚ ਨਹੀਂ ਹੈ। ਇੱਕ ਵਿਚਾਰ ਚੱਲੀ ਹੈ ਸਾਡੇ ਦੇਸ਼ ਵਿੱਚ ਬੜੀ ਪ੍ਰਧਾਨ ਧਾਰਮਿਕ ਦੁਨੀਆ ਵਿੱਚ ਕਿ ਇਸ ਜ਼ਮੀਨ ਨੂੰ ਧੋਲੇ ਬੈਲ ਨੇ ਚੁੱਕਿਆ ਹੋਇਆ, ਸਾਰਾ ਭਾਰ ਧਰਤੀ ਦਾ ਉਸ ਬੈਲ ਦੇ ਉੱਪਰ ਹੈ। ਤੇ ਸਾਹਿਬ ਕਹਿੰਦੇ ਨੇ ਉਹ ਧੋਲਾ ਬੈਲ ਵਾਸਤਵਿਕ ਕੀ ਹੈ? ਤੋਲ ਧਰਮ ਦਇਆ ਕਾ ਭੂਤ। ਧੋਲਾ ਬੈਲ ਧਰਮ ਹੈ, ਪਰਮਾਤਮਾ ਦੀ ਇੱਕ ਮਰਿਆਦਾ ਹੈ, ਅਟਲ ਨਿਯਮ ਹੈ। ਉਸ ਆਸਰੇ ਤੇ ਜ਼ਮੀਨ ਖੜੀ ਹੈ, ਆਸਮਾਨ ਖੜਾ ਹੈ, ਗ੍ਰਹਿ ਨਕਸ਼ਤਰ ਖੜੇ ਨੇ, ਸੂਰਜ ਚੰਦ ਤਾਰੇ ਖੜੇ ਨੇ, ਸਭ ਕੁਝ ਉਸ ਦੀ ਬਣਾਈ ਹੋਈ ਨਿਯਮਾਵਲੀ ਤੇ ਟਿਕਿਆ ਹੋਇਆ ਹੈ। ਉਸ ਨੂੰ ਧਰਮ ਕਹਿੰਦੇ ਨੇ ਔਰ ਇਸ ਧਰਮ ਦਾ ਜਨਮ ਹੋਇਆ ਹੈ ਪ੍ਰਭੂ ਦੀ ਦਇਆ ਦ੍ਰਿਸ਼ਟੀ ਤੋਂ, ਉਹਦੀ ਕੋਮਲਤਾ ਤੋਂ। ਜਿੱਥੇ ਵੀ ਕੋਈ ਮਨੁੱਖ ਆਪਣੇ ਜੀਵਨ ਨੂੰ ਮਰਿਆਦਾ ਦਿੰਦਾ ਹੈ ਤਾਂ ਮਰਿਆਦਾ ਦੇਣ ਤੋਂ ਪਹਿਲਾਂ ਉਹ ਕੋਮਲਤਾ ਦੇ ਅੰਕੁਰ ਉਸ ਦੇ ਵਿੱਚ ਫੁੱਟਦੇ ਨੇ, ਵਰਨਾ ਜ਼ਿੰਦਗੀ ਔਰ ਗੈਰ ਮਰਿਆਦਾ ਹੋਵੇਗੀ। ਤੇ ਪਰਮਾਤਮਾ ਦੀ ਦਇਆ ਤੋਂ, ਕੋਮਲਤਾ ਤੋਂ ਇਸ ਨਿਯਮ ਦਾ ਜਨਮ ਹੋਇਆ ਹੈ, ਇਸ ਧਰਮ ਦਾ ਜਨਮ ਹੋਇਆ ਹੈ। ਤੋ ਸਾਹਿਬ ਕਹਿੰਦੇ ਨੇ ਧੋਲੇ ਬੈਲ ਨੇ ਇਹ ਧਰਤੀ ਨਹੀਂ ਚੁੱਕੀ ਹੋਈ, ਬਲਕਿ ਪਰਮਾਤਮਾ ਨੇ ਜੋ ਨਿਯਮ ਬਣਾਇਆ ਹੈ, ਧਰਮ ਬਣਾਇਆ ਹੈ, ਮਰਿਆਦਾ ਬਣਾਈ ਹੈ, ਇਸ ਆਧਾਰ ਉੱਤੇ ਇਹ ਜ਼ਮੀਨ ਖੜੀ ਹੈ। ਧੌਲ ਧਰਮ ਦਇਆ ਕਾ ਭੂਤ, ਇਹ ਧਰਮ ਦਇਆ ਦਾ ਪੁੱਤਰ ਹੈ, ਪ੍ਰਭੂ ਦੀ ਦਇਆ ਦ੍ਰਿਸ਼ਟੀ ਤੋਂ ਪੈਦਾ ਹੋਇਆ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਿਚਾਰਧਾਰਾ ਅਨੁਸਾਰ ਧਰਮ ਦੋ ਹੀ ਮੂਲ ਗੁਣਾ ਤੇ ਖੜਾ ਹੈ, ਸੰਤੋਖ ਤੇ ਦਇਆ। ਧਰਮ ਦਾ ਜਨਮ ਦਇਆ ਔਰ ਸੰਤੋਖ ਤੋਂ ਹੈ। ਦਇਆ ਸੰਸਾਰ ਨਾਲ ਜੋੜਦੀ ਹੈ ਔਰ ਸੰਤੋਖ ਨਿਰੰਕਾਰ ਨਾਲ ਜੋੜਦਾ ਹੈ। ਦਇਆ ਤੋਂ ਸੇਵਾ ਦਾ ਜਨਮ ਹੁੰਦਾ ਹੈ, ਸੰਤੋਖ ਤੋਂ ਸਿਮਰਨ ਦਾ ਜਨਮ ਹੁੰਦਾ ਹੈ। ਸੰਸਾਰ ਪਿੱਛੇ ਹੈ, ਨਿਰੰਕਾਰ ਅੱਗੇ ਹੈ, ਤੇ ਜੋ ਅੱਗੇ ਹੈ ਉਸ ਦਾ ਸਿਮਰਨ ਕਰਕੇ ਉਸ ਨਾਲ ਜੁੜ ਸਕਾਂਗੇ। ਜੋ ਸਾਥੋਂ ਪਿੱਛੇ ਹੈ, ਸੇਵਾ ਕਰਕੇ ਉਸ ਨਾਲ ਜੁੜ ਸਕਾਂਗੇ। ਜੋ ਸਾਥੋਂ ਪਿੱਛੇ ਹੈ, ਸੇਵਾ ਕਰਕੇ ਉਸ ਨਾਲ ਜੁੜ ਸਕਾਂਗੇ। ਤੇ ਸੰਸਾਰ ਦੇ ਵਿੱਚ ਜੋ ਪਛੜ ਗਏ ਨੇ, ਪਿੱਛੇ ਰਹਿ ਗਏ ਨੇ, ਪਸ਼ੂ ਪੰਖੀ, ਗਰੀਬ ਤਬਕਾ, ਜੋ ਗਿਆਨ ਵਿੱਚ ਪਿੱਛੇ ਰਹਿ ਗਿਆ, ਅਰਥ ਧਨ ਸੰਪਦਾ ਵਿੱਚ ਪਿੱਛੇ ਰਹਿ ਗਿਆ, ਰਾਜਨੀਤੀ ਵਿੱਚ ਪਿੱਛੇ ਰਹਿ ਗਿਆ, ਧਰਮ ਵਿੱਚ ਪਿੱਛੇ ਰਹਿ ਗਿਆ, ਜੀਵਨ ਦੇ ਜਿਸ ਪਹਿਲੂ ਵਿੱਚ ਜੋ ਪਿੱਛੇ ਰਹਿ ਗਿਆ ਹੈ ਉਸ ਤੇ ਦਇਆ, ਔਰ ਜੋ ਅੱਗੇ ਹੈ ਉਸ ਦਾ ਚਿੰਤਨ, ਉਸ ਦਾ ਸਿਮਰਨ। ਅੱਗੇ ਦ੍ਰਿਸ਼ਟੀ ਸੰਤੋਖ ਤੋਂ ਬਿਨਾਂ ਨਹੀਂ ਜਾ ਸਕੇਗੀ ਔਰ ਪਿੱਛੇ ਦ੍ਰਿਸ਼ਟੀ ਦਇਆ ਤੋਂ ਬਿਨਾਂ ਨਹੀਂ ਜਾ ਸਕੇਗੀ। ਸਾਥੋਂ ਪਿੱਛੇ ਵੀ ਕੋਈ ਹੈ, ਉਹਨੂੰ ਵੇਖਣ ਲਈ ਦਇਆ ਚਾਹੀਦੀ ਹੈ। ਸਾਥੋਂ ਅੱਗੇ ਵੀ ਕੋਈ ਹੈ, ਉਹਨੂੰ ਵੇਖਣ ਲਈ ਸੰਤੋਖ ਚਾਹੀਦਾ ਹੈ। ਸੰਤੋਖ ਤੋਂ ਸਿਮਰਨ ਦਾ ਜਨਮ ਹੈ ਔਰ ਦਇਆ ਤੋਂ ਸੇਵਾ ਦਾ ਜਨਮ ਹੈ। ਸੇਵਾ ਨਾਲ ਸੰਸਾਰ ਸੰਵਰਦਾ ਹੈ ਔਰ ਸੰਸਾਰ ਨਾਲ ਮਨੁੱਖ ਜੁੜਦਾ ਹੈ। ਸਿਮਰਨ ਨਾਲ ਮਨੁੱਖ ਖੁਦ ਸੰਵਰਦਾ ਹੈ ਔਰ ਨਿਰੰਕਾਰ ਨਾਲ ਜੁੜਦਾ ਹੈ। ਸਤਿਗੁਰ ਕਹਿੰਦੇ ਨੇ ਮਰਿਆਦਾ ਹੀ ਹੈ ਪ੍ਰਭੂ ਦੀ ਅਟਲ ਬਣਾਈ ਹੋਈ, ਜਿਸ ਆਧਾਰ ਉੱਤੇ ਇਹ ਪ੍ਰਿਥਵੀ ਖੜੀ ਹੈ। ਫਿਰ ਅੱਗੇ ਕਹਿੰਦੇ ਨੇ ਸੰਤੋਖ ਥਾਪ ਰੱਖਿਆ ਜਿਨ ਸੂਤ। ਪ੍ਰਭੂ ਨੇ ਤਮਾਮ ਸਾਜੋ ਸਮੱਗਰੀ ਦੇ ਅੰਦਰ ਇੱਕ ਸੂਤ ਪਰੋ ਕੇ ਰੱਖ ਦਿੱਤਾ ਹੈ ਕਿ ਸੰਤੋਖ, ਜੋ ਕੁਝ ਪਰਮਾਤਮਾ ਨੇ ਬਣਾਇਆ ਹੈ ਉਹ ਆਪਣੇ ਆਪ ਵਿੱਚ ਸੰਤੁਸ਼ਟ ਹੈ। ਸੂਵਰ ਸ਼ੇਰ ਨਹੀਂ ਹੋਣਾ ਚਾਹੁੰਦਾ, ਸ਼ੇਰ ਮੋਰ ਨਹੀਂ ਹੋਣਾ ਚਾਹੁੰਦਾ, ਮੋਰ ਆਪਣੇ ਵਿੱਚ ਪ੍ਰਸੰਨ ਹੈ, ਹੰਸ ਨਹੀਂ ਹੋਣਾ ਚਾਹੁੰਦਾ। ਜੋ ਹੰਸ ਹੈ ਬੰਦਰ ਨਹੀਂ ਹੋਣਾ ਚਾਹੁੰਦਾ, ਬੰਦਰ ਆਪਣੀ ਦੁਨੀਆ ਵਿੱਚ ਪ੍ਰਸੰਨ ਹੈ, ਉਹ ਬਘਿਆੜ ਨਹੀਂ ਹੋਣਾ ਚਾਹੁੰਦਾ। ਜੋ ਕੁਝ ਵੀ ਪ੍ਰਭੂ ਨੇ ਬਣਾਇਆ ਹੈ ਉਹ ਆਪਣੇ ਆਪ ਦੇ ਵਿੱਚ ਸੰਤੁਸ਼ਟ ਹੈ। ਅਗਰ ਨਾ ਹੋਵੇ ਤੇ
ਜੀਵਣਾ ਨਰਕ ਬਣ ਜਾਏਗਾ। ਇੱਕ ਛਿਨ ਲਈ ਜੀਵਣਾ ਔਖਾ ਹੋ ਜਾਏਗਾ। ਜੋ ਜਿੱਥੇ ਟਿਕਿਆ ਹੈ ਉਹਦੇ 'ਚ ਉਹ ਸੰਤੁਸ਼ਟ ਹੈ। ਜੇ ਜੈਸੇ ਰੰਗ ਰੂਪ ਨਸਲ ਜਿਸ ਢੰਗ ਦਾ ਸੁਭਾਵ ਉਹਦੇ ਵਿੱਚ ਉਹ ਸੰਤੁਸ਼ਟ ਹੈ। ਪਸ਼ੂ ਪੰਖੀ ਉਹਦੇ ਵਿੱਚ ਸੰਤੁਸ਼ਟ ਨੇ। ਮਨੁੱਖ ਸਾਹਿਬ ਕਹਿੰਦੇ ਨੇ ਇੱਕ ਸੂਤ ਵਿੱਚ ਸਾਰੇ ਜਗਤ ਨੂੰ ਪਰਿਪੂਰਨ ਪਰਮਾਤਮਾ ਨੇ ਪਰੋ ਕੇ ਰੱਖ ਦਿੱਤਾ ਹੈ। ਸਾਰੇ ਜੀਵ ਇਸੇ ਧਾਗੇ ਵਿੱਚ ਪਰੋਏ ਹੋਏ ਨੇ। ਤੋ ਖੈਰ ਮੂਲ ਗੱਲ ਇਤਨੀ ਹੈ ਕਿ ਮਨੁੱਖ ਵੀ ਓਤ ਪ੍ਰੋਤ ਪਰਮਾਤਮਾ ਨਾਲ ਉਦੋਂ ਹੀ ਹੋ ਸਕੇਗਾ ਜਦ ਅੰਦਰੋਂ ਸੰਤੋਖ ਹੋਵੇਗਾ। ਸੰਤੋਖ ਦਾ ਜਨਮ ਹੋਏ ਤਾਂ ਲੀਨਤਾ ਹੋਵੇਗੀ ਪਰਿਪੂਰਨ ਪਰਮਾਤਮਾ ਦੇ ਨਾਲ। ਕਾਰਨ ਕਿ ਮਨੁੱਖ ਦੇ ਅੰਦਰ ਪਰਮਾਤਮਾ ਹੈ ਤੇ ਆਪਣੇ ਸੁਭਾਵ ਦੇ ਵਿੱਚ ਜੀਵਣਾ ਤੇ ਆਪਣੇ ਸੁਭਾਵ ਵਿੱਚ ਸੰਤੁਸ਼ਟ ਹੋ ਜਾਣਾ ਇਹੀ ਧਰਮ ਹੈ। ਤੋ ਤਮਾਮ ਪਸ਼ੂ ਪੰਖੀ ਜੀਵ ਆਪਣੇ ਵਿੱਚ ਸੰਤੁਸ਼ਟ ਨੇ। ਇੱਕ ਗਾਥਾ ਹੈ, ਮਿਥਿਹਾਸ ਹੈ ਕਿ ਭਗਤ ਪ੍ਰਹਲਾਦ ਨੂੰ ਮੋਕਸ਼ ਗਤੀ ਪ੍ਰਾਪਤ ਹੋਈ, ਸਵਰਗ ਪ੍ਰਾਪਤ ਹੋਣ ਲੱਗਾ। ਤਾਂ ਪੁਰਾਤਨ ਕਥਾ ਕਹਿੰਦੀ ਹੈ ਉਸਨੇ ਫਰਿਆਦ ਕੀਤੀ, ਪ੍ਰਭੂ ਮੇਰੀ ਨਗਰੀ ਦੇ ਤਮਾਮ ਜਿੰਨੇ ਸਾਥੀ ਨੇ ਸਵਰਗ ਵਿੱਚ ਵਾਸ ਕਰਨ, ਸਿਰਫ ਇਕੱਲੇ ਮੈਂ ਵਾਸ ਨਹੀਂ ਕਰਨਾ, ਸਾਰਿਆਂ ਦੇ ਵਾਸਤੇ ਸਵਰਗ ਦੇ ਦੁਆਰ ਖੋਲੋ। ਤੇ ਪ੍ਰਭੂ ਨੇ ਆਖਿਆ ਪ੍ਰਹਲਾਦ ਤੂੰ ਨਗਰੀ ਦੇ ਜੀਵਾਂ ਤੋਂ ਪੁੱਛ ਤੇ ਲੈ, ਉਹ ਸਵਰਗ ਦੇ ਵਿੱਚ ਰਹਿਣਾ ਵੀ ਚਾਹੁੰਦੇ ਨੇ ਕਿ ਨਹੀਂ। ਕਹਿੰਦੇ ਨੇ ਨਗਰੀ ਦੇ ਬਾਹਰ ਵਿਸ਼ਟਾ ਵਿੱਚ ਲੇਟਿਆ ਹੋਇਆ ਇੱਕ ਸੂਅਰ। ਪ੍ਰਹਲਾਦ ਉਸ ਨੂੰ ਕਹਿੰਦੇ ਨੇ ਹੁਣ ਤੈਨੂੰ ਵਿਸ਼ਟਾ ਵਿੱਚ ਲੇਟਣਾ ਨਹੀਂ ਪਏਗਾ, ਹੁਣ ਮੈਂ ਤੇਰੇ ਵਾਸਤੇ ਸਵਰਗ ਦਾ ਬੰਦੋਬਸਤ ਕੀਤਾ ਹੈ। ਪਰ ਪ੍ਰਭ ਨੇ ਆਗਿਆ ਕੀਤੀ ਹੈ ਹਰ ਜੀਵ ਤੋਂ ਪੁੱਛ ਕੇ ਆ ਤੇ ਮੈਂ ਤੈਨੂੰ ਕਹਿਣਾ ਹਾਂ ਤੂੰ ਸਵਰਗ ਜਾਵੇਂਗਾ ਤੇ ਉੱਥੇ ਸੁੱਖ ਹੀ ਸੁੱਖ ਹੈ, ਆਨੰਦ ਹੈ, ਖੇੜਾ ਹੈ, ਮੋਖ ਦੁਆਰ ਹੈ। ਤਾਂ ਸੂਅਰ ਨੇ ਇਹ ਆਖਿਆ ਭਗਤ ਜੀ ਉੱਥੇ ਵਿਸ਼ਠਾ ਮਿਲੇਗੀ, ਉਹ ਵਿਸ਼ਠਾ ਵਿੱਚ ਹੀ ਸੰਤੁਸ਼ਟ ਹੈ। ਵਿਸ਼ਠਾ ਹੀ ਉਸ ਵਾਸਤੇ ਸਵਰਗ ਹੈ, ਵਿਸ਼ਠਾ ਹੀ ਉਸ ਵਾਸਤੇ ਰਸ ਦਾ ਸੋਮਾ ਹੈ। ਜੋ ਜੀਵ ਜਿੱਥੇ ਟਿਕਿਆ ਹੈ ਉਸ ਦੇ ਵਿੱਚ ਸੰਤੁਸ਼ਟ ਹੈ, ਤਦੇ ਤੇ ਉਹ ਟਿਕਿਆ ਹੋਇਆ ਹੈ, ਠਹਿਰਿਆ ਹੋਇਆ ਹੈ। ਮਨੁੱਖ ਦੇ ਅੰਦਰ ਪਰਿਪੂਰਨ ਪਰਮਾਤਮਾ ਹੈ, ਉਸ ਦਾ ਬੋਧ ਨਹੀਂ ਹੈ। ਉਸ ਬੋਧ ਨੂੰ ਜਗਾਉਣ ਲਈ ਸਤਸੰਗ ਹੈ ਤੇ ਕਿ ਮਨੁੱਖ ਵੀ ਆਪਣੇ ਆਪ ਵਿੱਚ ਸੰਤੁਸ਼ਟ ਹੋ ਸਕੇ, ਆਪਣੀ ਆਤਮਾ ਨਾਲ ਜੁੜ ਸਕੇ। ਸੋ ਸੰਤੋਖ ਥਾਪ ਰੱਖਿਆ ਜਿਨ ਸੂਤ, ਸੰਤੋਖ ਦੇ ਸੂਤਰ ਦੇ ਵਿੱਚ ਜਿਸ ਨੇ ਤਮਾਮ ਜੀਵਾਂ ਨੂੰ ਪਰੋ ਕੇ ਰੱਖਿਆ ਹੈ, ਸਥਾਪਨ ਕਰਕੇ ਰੱਖਿਆ ਹੋਇਆ ਹੈ। ਫਿਰ ਅੱਗੇ ਮਹਾਰਾਜ ਕਹਿੰਦੇ ਨੇ ਜੇ ਕੋ ਬੂਝੇ ਹੋਵੇ ਸਚਿਆਰ, ਕੋਈ ਬੁੱਝਣਹਾਰ, ਕੋਈ ਗਿਆਨੀ, ਕੋਈ ਸੁਝਵਾਨ ਅਗਰ ਇਹ ਢੰਗ ਦੀ ਵਿਚਾਰ ਕਰੇ, ਸਚਿਆਰ ਹੋਣ ਦੀ ਕੋਸ਼ਿਸ਼ ਕਰੇ ਕਿ ਜ਼ਮੀਨ ਨੂੰ ਧੌਲੇ ਬੈਲ ਨੇ ਚੁੱਕਿਆ ਹੈ ਔਰ ਇਸ ਵਿਸ਼ੇ ਦੇ ਉੱਤੇ ਅਨੇਕਾਂ ਦਲੀਲਾਂ ਦੇਵੇ, ਤਾਂ ਬਾਬਾ ਜੀ ਕਹਿੰਦੇ ਨੇ ਪਹਿਲੇ ਇਹ ਵਿਚਾਰ ਉਸ ਨੂੰ ਕਰਨੀ ਚਾਹੀਦੀ ਹੈ ਕਿ ਤਵਲੇ ਉੱਪਰ ਕੇਤਾ ਪਾਰ, ਉਸ ਧੌਲੇ ਬੈਲ ਦੇ ਉੱਤੇ ਕਿਤਨਾ ਕੁ ਵਜਨ ਬੈਲ ਨੇ ਚੁੱਕਿਆ ਹੈ, ਪਰ ਧੌਲਾ ਬੈਲ ਕਿੱਥੇ ਖੜਾ ਹੈ ਇਹ ਵੀ ਉਹਨੂੰ ਸੋਚਣਾ ਚਾਹੀਦਾ। ਜੇ ਕਿ ਕਹਿ ਦਈਏ ਕਿ ਥੱਲੇ ਪ੍ਰਿਥਵੀ 'ਤੇ ਉਹ ਬੈਲ ਖੜਾ ਹੈ ਤਾਂ ਫਿਰ ਉਹ ਪ੍ਰਿਥਵੀ ਕਿਸ 'ਤੇ ਖੜੀ ਹੈ। ਜੇ ਇਸ ਤਰੀਕੇ ਨਾਲ ਹੋਰ ਗੱਲ ਆਖ ਦਿੱਤੀ ਜਾਏ ਕਿ ਉਹਦੇ ਥੱਲੇ ਧੌਲਾ ਬੈਲ ਖੜਾ ਹੈ ਤਾਂ ਫਿਰ ਸਵਾਲ ਖੜਾ ਹੋਵੇਗਾ ਕਿ ਧੌਲਾ ਬੈਲ ਕਿੱਥੇ ਖੜਾ ਹੈ। ਅਗਰ ਕਿਸੇ ਥਾਂ 'ਤੇ ਪਹੁੰਚ ਕੇ ਤਾਂ ਕਹਿਣਾ ਹੀ ਪਏਗਾ ਥੱਲੇ ਕੁਛ ਵੀ ਨਹੀਂ, ਉੱਪਰ ਕੁਛ ਵੀ ਨਹੀਂ। ਫਿਰ ਤਾਂ ਹੀ ਤਾਂ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਬਿਨ ਥੰਮਾ ਗਗਨ ਰਹਾਇਆ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਹਨਾਂ ਦਾ ਅਮਰ ਵਾਕ ਹੈ ਜ਼ਮੀਨ ਅਸਮਾਨ ਸੂਰਜ ਚੰਦ ਤਾਰਿਆਂ ਦੇ ਤਲੇ ਕੋਈ ਥੰਬੀਆਂ ਨਹੀਂ ਨੇ। ਪ੍ਰਭੂ ਨੇ ਇੱਕ ਮਰਿਆਦਾ ਬਣਾ ਦਿੱਤੀ ਹੈ ਜਿਸ ਅਨੁਸਾਰ ਇਹ ਸਾਰੇ ਟਿਕੇ ਹੋਏ ਨੇ। ਤੇ ਸਾਹਿਬ ਫਰਮਾਨ ਕਰਦੇ ਨੇ ਅਗਰ ਕੋਈ ਧੌਲੇ ਬੈਲ ਦੀ ਵਿਚਾਰ ਕਰਕੇ ਸਚਿਆਰ ਹੋਣ ਦੀ ਕੋਸ਼ਿਸ਼ ਕਰੇ ਤੇ ਮਹਾਰਾਜ ਕਹਿੰਦੇ ਨੇ ਉਸਨੂੰ ਇਹ ਸੋਚਣਾ ਚਾਹੀਦਾ ਹੈ ਤਵਲੇ ਉੱਪਰ ਕੇਤਾ ਪਾਰ, ਬੈਲ ਉੱਤੇ ਵਜਨ ਕਿਤਨਾ ਹੈ। ਧਰਤੀ ਹੋਰ ਪਰੇ ਹੋਰ, ਧਰਤੀ ਇੱਕ ਥੋੜ੍ਹੀ ਹੈ, ਅਨੰਤ ਧਰਤੀਆਂ ਨੇ। ਇਸ ਧਰਤੀ ਦੇ ਥੱਲੇ ਧੌਲਾ ਬੈਲ ਹੈ, ਬਾਕੀ ਧਰਤੀਆਂ ਦੇ ਥੱਲੇ ਫਿਰ ਉਹ ਕੀ ਹੈ, ਚੰਦਰਮਾ ਦੇ ਥੱਲੇ ਕੀ ਹੈ, ਸ਼ੁੱਕਰ ਦੀ ਵੀ ਇੱਕ ਧਰਤੀ ਹੈ ਉਹਦੇ ਥੱਲੇ ਕੀ ਹੈ, ਹੋਰ ਅਨੇਕਾਂ ਗ੍ਰਹਿ ਨਕਸ਼ਤਰ ਤਾਰੇ ਨੇ, ਸਭ ਧਰਤੀਆਂ ਪ੍ਰਿਥਵੀਆਂ ਨੇ, ਇਹਨਾਂ ਦੇ ਥੱਲੇ ਕੌਣ ਹੈ। ਫਿਰ ਉਸ ਨੂੰ ਇਹ ਵਿਚਾਰ ਕਰਨੀ ਚਾਹੀਦੀ ਹੈ ਕਿ ਬਾਕੀ ਧਰਤੀਆਂ ਦੇ ਥੱਲੇ ਕਿਹੜਾ ਬੈਲ ਹੈ, ਕਿਉਂਕਿ ਧਰਤੀ ਇੱਕ ਨਹੀਂ, ਧਰਤੀ ਹੋਰ ਪਰੇ ਹੋਰ ਧਰਤੀਆਂ ਨੇ, ਧਰਤੀਆਂ ਦੇ ਥੱਲੇ ਹੋਰ ਧਰਤੀ ਹੈ, ਧਰਤੀ ਦੇ ਉੱਪਰ ਹੋਰ ਧਰਤੀਆਂ ਨੇ, ਅਨੰਤ ਧਰਤੀਆਂ ਨੇ। ਤਿਸ ਦੇ ਭਾਰ ਤਲੇ ਕਮਨਜੋਰ, ਉਹਨਾਂ ਦੇ ਥੱਲੇ ਕੌਣ ਖੜਾ ਹੈ, ਕਿਸ ਨੇ ਆਪਣੀ ਸ਼ਕਤੀ ਦੇ ਨਾਲ ਜ਼ੋਰ ਦੇ ਨਾਲ ਭਾਰ ਚੁੱਕਿਆ ਹੋਇਆ ਹੈ, ਕੌਣ ਹੈ ਉਹ। ਤੇ ਸਾਹਿਬ ਕਹਿੰਦੇ ਨੇ ਇਹ ਤੇ ਪ੍ਰਭੂ ਦੀ ਬਣਾਈ ਹੋਈ ਮਰਿਆਦਾ ਹੈ। ਫਿਰ ਅੱਗੇ ਕਹਿੰਦੇ ਨੇ ਜੀ ਜਾਤ ਰੰਗਾ ਕੇ ਨਾਮ। ਫਿਰ ਕੁਦਰਤ ਦੀ ਵਿਚਾਰ ਅੱਗੇ ਇੰਜ ਕਰਦੇ ਨੇ ਅਨੰਤ ਜੀਵ ਨੇ, ਵੱਖ-ਵੱਖ ਜਾਤਾਂ ਵਾਲੇ, ਵੱਖ-ਵੱਖ ਰੰਗਾਂ ਵਾਲੇ, ਵੱਖ-ਵੱਖ ਨਾਮਾਂ ਵਾਲੇ, ਸਭ ਨਾਲ ਲਿਖਿਆ। ਫਿਰ ਕਹਿੰਦੇ ਨੇ ਸਭ ਨਾਲ ਲਿਖਿਆ ਬੁੜੀ ਕਲਾਮ, ਅਗੰਮੀ ਕਲਮ ਸਾਰਿਆਂ ਉੱਤੇ ਲੇਖ ਸੁਭਾਵ ਤੇ ਪਰਿਪੂਰਨ ਪਰਮਾਤਮਾ ਨੇ ਆਪਣੀ ਅਗੰਮੀ ਕਲਮ ਨਾਲ ਲਿਖ ਦਿੱਤੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ
ਹਾਥ ਕਲਮ ਅਗਮ ਮਸਤਕ ਲਿਖਾਵਤੀ। ਅਗੰਮੀ ਕਲਮ ਦੇ ਨਾਲ ਪਰਿਪੂਰਨ ਪਰਮਾਤਮਾ ਨੇ ਹਰ ਇੱਕ ਦੇ ਮਸਤਕ ਉੱਤੇ ਕੁਝ ਲਿਖ ਦਿੱਤਾ ਹੈ। ਕੀ ਲਿਖ ਦਿੱਤਾ ਹੈ? ਸੁਭਾਵ, ਜੀਵਨ ਦਾ ਢੰਗ। ਲੱਖ ਵੀ ਕੋਸ਼ਿਸ਼ ਕਰੀਏ, ਸੂਅਰ ਦੇ ਜੀਵਨ ਦਾ ਢੰਗ ਬਦਲ ਨਹੀਂ ਸਕਦਾ, ਗਊ ਦੇ ਜੀਵਨ ਦਾ ਢੰਗ ਬਦਲ ਨਹੀਂ ਸਕਦਾ, ਸ਼ੇਰ ਦੇ ਜੀਵਨ ਦਾ ਢੰਗ ਬਦਲ ਨਹੀਂ ਸਕਦਾ। ਭੁੱਖਾ ਮਰ ਜਾਏਗਾ ਸ਼ੇਰ, ਘਾਸ ਨਹੀਂ ਖਾਏਗਾ। ਭੁੱਖੀ ਮਰ ਜਾਏਗੀ ਗਊ, ਮਾਸ ਨਹੀਂ ਖਾਏਗੀ। ਜੀਵਨ ਦਾ ਢੰਗ ਬੱਝਿਆ ਹੋਇਆ ਹੈ। ਸਭਨਾ ਲਿਖਿਆ ਬੁੜੀ ਕਲਾਮ, ਹਾਥ ਕਲਮ ਅਗਮ ਮਸਤਕ ਲਿਖਾਵਤੀ। ਉਸ ਅਗੰਮੀ ਕਲਮ ਦੇ ਨਾਲ ਪਰਿਪੂਰਨ ਪਰਮਾਤਮਾ ਨੇ ਸਾਰਿਆਂ ਦੇ ਮਸਤਕ ਉੱਤੇ ਸੁਭਾਵ ਲਿਖ ਦਿੱਤਾ ਹੈ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿਹੜੇ ਪਾਸ। ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਪਿਆ ਗਰਬਾਸ। ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋਏ। ਅਗਰ ਕੋਈ ਸੁਝਾਵ ਗਿਆਨੀ ਦਾਰਸ਼ਨਿਕ ਇਹ ਲੇਖਾ ਲਿਖੇ ਔਰ ਜਾਣਕਾਰ ਬਣਨ ਦੀ ਕੋਸ਼ਿਸ਼ ਕਰੇ ਕਿ ਕਿੰਨੇ ਜੀਵ ਨੇ, ਕਿੰਨੇ ਰੰਗਾਂ ਦੇ ਨੇ, ਕਿਤਨੀ ਜਾਤਾਂ ਦੇ ਨੇ, ਤੇ ਕਿਸ ਕਿਸ ਢੰਗ ਦਾ ਉਹ ਸੁਭਾਵ ਰੱਖਦੇ ਨੇ, ਤੇ ਸਾਹਿਬ ਕਹਿੰਦੇ ਨੇ ਲੇਖਾ ਲਿਖਿਆ ਕੀਤਾ ਹੋਏ। ਉਹ ਲੇਖਾ ਕਿੰਨਾ ਕੁ ਹੋਵੇਗਾ, ਭਾਵ ਅਨੰਤ ਹੋਵੇਗਾ, ਲਿਖ ਨਹੀਂ ਸਕੇਗਾ। ਕਿੰਨੇ ਜੀਵ ਨੇ, ਉਹਨਾਂ ਦੇ ਸੁਭਾਵ, ਉਹਨਾਂ ਦੀਆਂ ਜਾਤਾਂ ਕਿੰਨੀਆਂ ਨੇ, ਉਹਨਾਂ ਦੇ ਰੰਗ ਨੇ ਕਿੰਨੇ, ਇਹ ਤੇ ਅਨੰਤ ਪਸਾਰਾ ਹੈ, ਅਨੰਤ ਪਸਾਰਾ ਹੈ। ਲੇਖਾ ਲਿਖਿਆ ਕੀਤਾ ਹੋਏ। ਫਿਰ ਸਤਿਗੁਰ ਕਹਿੰਦੇ ਨੇ ਕੇਤਾ ਤਾਨ ਸਵਾਲਿਓ ਰੂਪ। ਕਿੰਨੀ ਕੁ ਸ਼ਕਤੀ ਹੈ ਪਾਣੀ ਵਿੱਚ, ਸੂਰਜ ਵਿੱਚ ਕਿੰਨੀ ਕੁ ਸ਼ਕਤੀ ਹੈ, ਪਵਨ ਵਿੱਚ ਕਿੰਨੀ ਸ਼ਕਤੀ ਹੈ, ਅਗਨ ਵਿੱਚ ਕਿੰਨੀ ਸ਼ਕਤੀ ਹੈ, ਪ੍ਰਿਥਵੀ ਵਿੱਚ ਕਿੰਨੀ ਸ਼ਕਤੀ ਹੈ। ਇਸ ਸ਼ਕਤੀ ਨੂੰ ਕੌਣ ਨਾਪੇ, ਕਿਸ ਤਰ੍ਹਾਂ ਤੋਲੇਗਾ, ਕਿਸ ਤਰ੍ਹਾਂ ਨਾਪੇਗਾ? ਕਿੰਨਾ ਕੁ ਤਾਕਤ ਪਵਨ ਆਪਣੇ ਆਪ ਵਿੱਚ ਰੱਖਦੀ ਹੈ। ਪਵਨ ਰੰਚਕ ਮਾਤਰ ਜੇ ਤੂਫਾਨੀ ਸ਼ਕਲ ਇਖਤਿਆਰ ਕਰ ਲਏ ਤੇ ਦਰਖਤਾਂ ਦੇ ਜੜ੍ਹਾਂ ਨੂੰ ਹਿਲਾ ਕੇ ਜ਼ਮੀਨ ਦੇ ਗਿਰਾ ਕੇ ਰੱਖ ਦਿੰਦੀ ਹੈ। ਸਾਗਰ ਦੀਆਂ ਲਹਿਰਾਂ ਪਵਨ ਦੇ ਆਸਰੇ ਤੇ ਉਛਲਦੀਆਂ ਨੇ ਤੇ ਗਗਨ ਮੰਡਲ ਨੂੰ ਛੂੰਹਦੀਆਂ ਨੇ। ਪਾਣੀ ਦੀ ਸ਼ਕਤੀ, ਅਗਨ ਦੀ ਸ਼ਕਤੀ ਅਨੰਤ ਪਸਾਰਾ ਹੈ। ਕੋਈ ਇਹ ਲੇਖ ਕਿਸ ਤਰ੍ਹਾਂ ਲਿਖੇਗਾ ਕਿ ਕਿੰਨੀ ਕੁ ਸ਼ਕਤੀ ਹੈ? ਚਲੋ ਮਨੁੱਖ ਦੀ ਤਾਕਤ ਤੇ ਅਸੀਂ ਨਾਪ ਸਕਦੇ ਹਾਂ, ਵਜਨ ਤੋਲ ਸਕਦੇ ਹਾਂ, ਕੱਦ ਨਾਪ ਲਈਦਾ ਹੈ, ਪਰ ਸਮੂਹ ਬ੍ਰਹਮੰਡ ਦੇ ਅੰਦਰ ਕਿਤਨੀ ਕੁ ਸ਼ਕਤੀ ਹੈ, ਕੰਮ ਕਰ ਰਹੀ ਹੈ। ਤੇ ਬ੍ਰਹਮੰਡ ਵੀ ਅਨੇਕਾਂ ਨੇ, ਅਨੰਤ ਨੇ। ਕੇਤਾ ਤਾਨ, ਕਿਤਨੀ ਕੁ ਸ਼ਕਤੀ ਹੈ। ਸਵਾਲਿਓ ਰੂਪ, ਕਿਤਨਾ ਸੁੰਦਰ ਰੂਪ ਹੈ ਜਗਤ ਵਿੱਚ, ਪ੍ਰਾਕਿਰਤਿਕ ਮੰਡਲ ਵਿੱਚ, ਕੌਣ ਅੰਦਾਜ਼ਾ ਲਾਵੇਗਾ? ਮੋਰ ਦੀ ਆਪਣੀ ਸੁੰਦਰਤਾ ਹੈ, ਹੰਸ ਆਪਣੀ ਥਾਂ ਤੇ ਸੋਹਣੇ ਨੇ, ਫੁੱਲਾਂ ਦੀ ਸੁੰਦਰਤਾ ਹੈ, ਸੂਰਜ ਚੰਦ ਤਾਰਿਆਂ ਦੀ ਸੁੰਦਰਤਾ ਹੈ, ਮਨੁੱਖ ਦੀ ਸੁੰਦਰਤਾ ਹੈ, ਪੰਛੀਆਂ ਦੀ ਸੁੰਦਰਤਾ ਹੈ। ਸੁੰਦਰਤਾ ਚਾਰੋਂ ਪਾਸੇ ਫੈਲੀ ਹੋਈ ਹੈ। ਦਰਖਤਾਂ ਦੀ, ਵਨਸਪਤੀ ਦੀ ਸੁੰਦਰਤਾ ਹੈ। ਇਹ ਸੁੰਦਰਤਾ ਕਿੰਨੀ ਕੁ ਹੈ, ਕੌਣ ਅੰਦਾਜ਼ਾ ਲਗਾਏ? ਕੇਤੀ ਦਾਤ ਜਾਣੇ ਕੌਣ ਕੂਤ। ਕਿਸ ਕੋਲ ਕੁਵਤ ਹੈ? ਪਰਮਾਤਮਾ ਨੇ ਕਿਤਨੀ ਜੀਵਾਂ ਨੂੰ ਦਾਤ ਦਿੱਤੀ ਹੈ, ਕਿੰਨਾ ਕੁ ਰਿਜ਼ਕ ਦਿੱਤਾ ਹੋਇਆ ਹੈ, ਕਿੰਨਾ ਕੁ ਭੰਡਾਰਾ ਹੈ ਧਰਤੀ ਵਿੱਚ। ਗ੍ਰਹਿ ਨਕਸ਼ਤਰਾਂ ਵਿੱਚ ਜੋ ਦਾਤ ਦਿੱਤੀ ਹੈ, ਮਹਾਰਾਜ ਕਹਿੰਦੇ ਨੇ ਅਨੰਤ ਅਰਬਾਂ ਖਰਬਾਂ ਸਾਲਾਂ ਤੋਂ ਜੀਵ ਖਾ ਰਹੇ ਨੇ, ਦਾਤ ਮੁੱਕਦੀ ਨਹੀਂ। ਦਰਅਸਲ ਮੰਗਤੇ ਮੁੱਕ ਜਾਣਗੇ। ਕਿਸ ਕੋਲ ਇਹ ਸ਼ਕਤੀ ਹੈ, ਸਭ ਕੁਛ ਨੂੰ ਨਾਪ ਲਵੇ। ਫਿਰ ਅੱਗੇ ਕਹਿੰਦੇ ਨੇ ਕੀਤਾ ਪਸਾਓ ਏਕੋ ਕਵਾ। ਸਮੂਹ ਪਸਾਰਾ ਇੱਕ ਹੁਕਮ ਨਾਲ, ਇੱਕ ਬਚਨ ਨਾਲ ਕੀਤਾ ਹੈ ਪਰਮਾਤਮਾ ਨੇ। ਮੁਹੰਮਦ ਸਾਹਿਬ ਕਹਿੰਦੇ ਨੇ ਸੰਸਾਰ ਦੀ ਉਤਪਤੀ ਸ਼ਬਦ ਤੋਂ ਹੀ ਹੋਈ ਹੈ, ਤੇ ਉਹ ਸ਼ਬਦ ਕੀ ਹੈ? ਕੁਨ। ਕੁਨ ਸ਼ਬਦ ਤੋਂ ਉਤਪਤੀ ਹੋਏ। ਲੋਗੋਸ ਨਾਮ ਦੀ ਧੁਨ ਨਾਲ ਈਸਾਈ ਮੰਨਦੇ ਨੇ, ਈਸਾਈ ਕਹਿੰਦੇ ਨੇ। ਓਮ ਦੀ ਧੁਨ ਨਾਲ ਵੈਦਿਕ ਰਿਸ਼ੀ ਕਹਿੰਦੇ ਨੇ। ਓਂਕਾਰ ਦੀ ਧੁਨ ਨੂੰ ਕਹਿੰਦੇ ਨੇ ਜੈਨੀ ਕਹਿੰਦੇ ਨੇ, ਵੀ ਓਂਕਾਰ ਨਾਲ ਸਾਰੇ ਜਗਤ ਦੀ ਹੋਈ ਹੈ ਉਤਪਤੀ। ਜਗਤ ਗੁਰੂ ਬਾਬਾ ਕੀ ਕਹਿੰਦੇ ਨੇ? ਕੀਤਾ ਪਸਾਓ ਏਕੋ ਕਵਾਓ। ਇਹ ਇੱਕ ਬਚਨ ਤੋਂ, ਇੱਕ ਹੁਕਮ ਤੋਂ ਸਾਰਾ ਪਸਾਰਾ ਹੋਇਆ ਹੈ। ਫਿਰ ਉਸ ਤੋਂ ਅੱਗੇ ਤਿਸਤੇ ਹੋਏ ਲੱਖ ਦਰਿਆਓ। ਫਿਰ ਉਸ ਤੋਂ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਗਏ। ਕੀੜਿਆਂ ਦੇ, ਪਕਸ਼ੀਆਂ ਦੇ, ਵਨਸਪਤੀਆਂ ਦੇ, ਮਨੁੱਖਾਂ ਦੇ, ਤਰ੍ਹਾਂ ਤਰ੍ਹਾਂ ਦੇ ਜੀਵਾਂ ਦੇ ਦਰਿਆ ਚੱਲ ਗਏ। ਫਿਰ ਕਹਿੰਦੇ ਨੇ ਕੁਦਰਤ ਕੌਣ ਕਹਾਂ ਵਿਚਾਰ। ਇਹ ਕੁਦਰਤ ਕਿਤਨੀ ਵੱਡੀ ਹੈ, ਮੈਂ ਕੌਣ ਹਾਂ ਕੁਦਰਤ ਦੀ ਵਿਚਾਰ ਕਰ ਸਕਾਂ। ਵਾਰਿਆ ਨਾ ਜਾਵਾਂ ਇੱਕ ਵਾਰ, ਇੱਕ ਦਫਾ ਸਦਕੇ ਹੋ ਸਕਾਂ, ਕੁਰਬਾਨ ਹੋ ਸਕਾਂ। ਇਹ ਮੇਰੇ ਸ਼ਮਤਾ ਨਹੀਂ। ਜੋ ਤੁਧ ਭਾਵੇ ਸਾਈ ਪਲਿਕਾਰ। ਜੋ ਤੇਰੀ ਰਜਾ ਹੈ ਮੈਂ ਉਸ ਦੇ ਵਿੱਚ ਰਾਜੀ ਹਾਂ। ਜੋ ਤੇਰਾ ਹੁਕਮ ਹੈ ਮੈਂ ਉਹਨੂੰ ਮੰਨਣ ਨੂੰ ਰਾਜੀ ਹਾਂ। ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦੀਵੀ ਹੈ, ਆਕਾਰ ਤੋਂ ਰਹਿਤ ਹੈ, ਹਮੇਸ਼ਾ ਰਹਿਣ ਵਾਲਾ ਹੈ। ਤੇ ਇਹ ਸੀ ਜੀ 16ਵੀਂ ਪੌੜੀ ਦੀ ਵਿਆਖਿਆ ਜਪਜੀ ਸਾਹਿਬ ਦੀ, ਜੋ ਕਿ ਹੈ ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹੇ ਕਰੇ ਵਿਚਾਰ, ਕਰਤੇ ਕੇ ਕਰਨੇ ਨਾਹੀ ਸੁਮਾਰ, ਧੋਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ
ਜਿਨ ਸੂਤ ਜੇ ਕੋ ਬੂਝੇ ਹੋਵੇ ਸਚਿਆਰ, ਤਵਲੇ ਉੱਪਰ ਕੇਤਾ ਪਾਰ, ਧਰਤੀ ਹੋਰ ਪਰੇ ਹੋਰ ਤਿਸ ਤੇ ਭਾਰ ਤਲੇ ਕਵਨ ਜੋਰ, ਜੀ ਜਾਤ ਰੰਗਾ ਕੇ ਨਾਮ, ਸਭਨਾ ਲਿਖਿਆ ਉੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਨ ਸਵਾਲਿਓ ਰੂਪ, ਕੀਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰਿਆਓ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।